ਗੁਰਦੀਪ ਇੱਕ ਵਿਧਵਾ ਔਰਤ ਸੀ। 5 ਸਾਲ ਪਹਿਲਾਂ ਉਸਦਾ ਪਤੀ ਤੇ 2 ਕੁ ਸਾਲ ਦਾ ਬੱਚਾ ਬਾਥਰੂਮ ਵਿੱਚ ਨਹਾ ਰਹੇ ਸਨ। ਅਚਾਨਕ ਬਾਥਰੂਮ ਦੀ ਛੱਤ ਉਹਨਾਂ ਦੋਵਾਂ ਤੇ ਡਿੱਗ ਪਈ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਗੁਰਦੀਪ ਦੇ ਪਤੀ ਤੇ ਬੱਚੇ ਦੀ ਮੌਤ ਤੋਂ ਬਾਅਦ ਉਸਦੇ ਪੇਕੇ ਘਰ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ। ਗੁਰਦੀਪ ਦੇ ਪੇਕਿਆਂ ਵਿੱਚ ਰਹਿਣ ਨਾਲ ਉਥੇ ਆਏ ਦਿਨ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ। ਘਰਦਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਕਰਨ ਦੀ ਸੋਚੀ, ਪਰ ਜਿਹੜਾ ਵੀ ਮੁੰਡਾ ਉਸ ਨੂੰ ਦੇਖਣ ਆਉਂਦਾ ਸੀ ਉਹ ਅਜੀਬ ਜਿਹੀਆਂ ਹਰਕਤਾਂ ਕਰਨ ਲੱਗ ਪੈਂਦਾ ਸੀ। ਗੱਲ ਕਿਤੇ ਵੀ ਸਿਰੇ ਨਾ ਚੜੀ। ਫਿਰ ਨਿੱਤ ਦੇ ਨੁਕਸਾਨ ਤੋਂ ਤੰਗ ਆ ਕੇ ਗੁਰਦੀਪ ਦੇ ਘਰਦਿਆਂ ਨੇ ਉਸ ਨੂੰ ਉਸਦੇ ਸਹੁਰੇ ਘਰ ਵਿੱਚ ਛੱਡ ਦਿੱਤਾ। ਗੁਰਦੀਪ ਦੇ ਜਾਣ ਤੋਂ ਬਾਅਦ ਉਸਦੇ ਪੇਕੇ ਘਰ ਦੀ ਹਾਲਤ ਸੁਧਰਨ ਲੱਗ ਪਈ। ਹੁਣ ਗੁਰਦੀਪ ਇਕੱਲੀ ਰਹਿੰਦੀ ਸੀ ਤੇ ਉਸਨੂੰ ਐਵੇਂ ਲੱਗਦਾ ਰਹਿੰਦਾ ਸੀ ਕਿ ਕੋਈ ਉਸਦੇ ਆਸ-ਪਾਸ ਹੈ, ਕੋਈ ਉਸਨੂੰ ਦੱਬੀ ਜਿਹੀ ਆਵਾਜ਼ ਵਿੱਚ ਹਾਕਾ ਮਾਰ ਰਿਹਾ ਹੋਵੇ। ਪਹਿਲਾਂ ਉਸਨੂੰ ਡਰ ਵੀ ਲੱਗਦਾ ਸੀ, ਪਰ ਹੌਲੀ-ਹੌਲੀ ਉਸਨੂੰ ਆਦਤ ਪੈ ਗਈ। ਇਸ ਹਵਸ ਭਰੇ ਸਮਾਜ ਵਿੱਚ ਇਕੱਲੀ ਔਰਤ ਦਾ ਰਹਿਣਾ ਬਹੁਤ ਮੁਸ਼ਕਿਲ ਹੈ। ਹਾਲਾਂਕਿ ਜਿਹੜਾ ਵੀ ਮਰਦ ਗੁਰਦੀਪ ਵੱਲ ਗੰਦੀ ਨਜ਼ਰ ਨਾਲ ਤੱਕਦਾ ਸੀ, ਜਾਂ ਤਾਂ ਉਹ ਅੰਨਾ ਹੋ ਜਾਂਦਾ ਸੀ ਜਾਂ ਉਸਦੇ ਹੱਥ ਪੈਰ ਕੰਮ ਕਰਨੋਂ ਹਟ ਜਾਂਦੇ ਸਨ। ਕੋਈ ਵੀ ਮਰਦ ਜੋ ਮਾੜੀ ਨੀਅਤ ਨਾਲ ਗੁਰਦੀਪ ਦੇ ਵਿਹੜੇ ਵਿੱਚ ਜਾਂਦਾ ਸੀ, ਕੋਈ ਨਾ ਕੋਈ ਰੋਗ ਲਵਾ ਕੇ ਹੀ ਆਉਂਦਾ ਸੀ। ਸਭ ਨੂੰ ਲੱਗਦਾ ਸੀ ਕਿ ਗੁਰਦੀਪ ਕੋਈ ਕਾਲਾ ਜਾਦੂ ਕਰਦੀ ਹੈ। ਦੇਖਦੇ ਹੀ ਦੇਖਦੇ ਮਰਦ ਤਾਂ ਕੀ, ਔਰਤਾਂ ਨੇ ਵੀ ਗੁਰਦੀਪ ਦੇ ਘਰ ਵੱਲ ਮੂੰਹ ਕਰਨਾ ਬੰਦ ਕਰ ਦਿੱਤਾ। ਇੱਕ ਦਿਨ ਇੱਕ ਭਿਖਾਰੀ ਆਇਆ। ਉਹ ਗੁਰਦੀਪ ਦੇ ਘਰ ਦੇ ਬਾਹਰ ਖੜਾ ਬੋਲ ਰਿਹਾ ਸੀ, ਕੋਈ ਕੱਪੜਾ, ਪੈਸਾ ਜਾਂ ਆਟਾ ਗਰੀਬ ਦੀ ਝੋਲੀ ਵਿੱਚ ਪਾ ਦਿਓ ਬੀਬੀ। ਭਿਖਾਰੀ ਦੀ ਆਵਾਜ਼ ਸੁਣ ਕੇ ਗੁਰਦੀਪ ਬਾਹਰ ਆਈ। ਉਹਨੇ ਭਿਖਾਰੀ ਨੂੰ ਦੇਖਿਆ ਤਾਂ ਉਹ ਵਾਪਸ ਅੰਦਰ ਚਲੀ ਗਈ। ਭਿਖਾਰੀ ਨੇ ਦੁਬਾਰਾ ਆਵਾਜ਼ ਲਗਾਈ। ਗੁਰਦੀਪ ਅੰਦਰੋਂ ਇੱਕ ਕੌਲੀ ਆਟੇ ਦੀ ਭਰ ਲਿਆਈ ਤੇ ਦੂਜੇ ਹੱਥ ਵਿੱਚ 10 ਰੁਪਈਆਂ ਦਾ ਨੋਟ ਸੀ। ਉਸਨੇ 10 ਰੁਪਈਏ ਭਿਖਾਰੀ ਨੂੰ ਫੜਾਏ ਤੇ ਆਟਾ ਉਸਦੀ ਝੋਲੀ ਵਿੱਚ ਪਾ ਦਿੱਤਾ। ਭਿਖਾਰੀ ਨੇ ਅਸੀਸ ਦਿੰਦੇ ਹੋਏ ਕਿਹਾ, ਬੀਬੀ ਜੀ, ਰੱਬ ਤੁਹਾਨੂੰ ਸਦਾ ਸੁਹਾਗਣ ਰੱਖੇ। ਤੁਹਾਡੇ ਬੱਚੇ ਹਰ ਖੇਤਰ ਵਿੱਚ ਤਰੱਕੀਆਂ ਹਾਸਲ ਕਰਨ। ਰੱਬ ਤੁਹਾਨੂੰ ਖੁੱਲ੍ਹੇ ਗੱਫੇ ਦੇਵੇ। ਭਿਖਾਰੀ ਦੀਆਂ ਅਸੀਸਾਂ ਗੁਰਦੀਪ ਦੇ ਦਿਲ ਵਿੱਚ ਕੰਢਿਆਂ ਵਾਂਗ ਚੁਭੀਆਂ। ਉਸਨੇ ਕਿਹਾ, ਮੇਰੇ ਪਤੀ ਤੇ ਬੱਚੇ ਨੂੰ ਪੂਰੇ ਹੋਇਆਂ ਨੂੰ 5 ਸਾਲ ਹੋ ਗਏ। ਹੁਣ ਇਹਨਾਂ ਅਸੀਸਾਂ ਦਾ ਮੈਂ ਕੀ ਕਰਨਾ? ਭਿਖਾਰੀ ਨੇ ਪੁੱਛਿਆ। ਸੱਸ ਸਹੁਰਾ ਕਿੱਥੇ ਨੇ ਤੁਹਾਡੇ? ਗੁਰਦੀਪ ਨੇ ਆਖਿਆ, ਉਹ ਤਾਂ ਮੇਰੇ ਵਿਆਹ ਤੋਂ ਥੋੜ੍ਹਾ ਚਿਰ ਬਾਅਦ ਹੀ ਰੱਬ ਨੂੰ ਪਿਆਰੇ ਹੋ ਗਏ ਸੀ। ਹੁਣ ਤਾਂ ਇਸ ਵਿਹੜੇ ਵਿੱਚ ਕੋਈ ਵੀ ਨਹੀਂ ਆਉਂਦਾ, ਨਾ ਕੋਈ ਆਦਮੀ, ਨਾ ਕੋਈ ਔਰਤ, ਨਾ ਕੋਈ ਬੱਚਾ। ਸਭ ਨੇ ਮੇਰੇ ਤੋਂ ਕਿਨਾਰਾ ਕਰ ਲਿਆ। ਇਹ ਸਭ ਸੁਣ ਕੇ ਭਿਖਾਰੀ ਦੇ ਮਨ ਵਿੱਚ ਜਿਸਮ ਦਾ ਲਾਲਚ ਆ ਗਿਆ। ਉਸਨੇ ਕਿਹਾ, ਬੀਬੀ, ਪਾਣੀ ਦਾ ਗਿਲਾਸ ਪਿਲਾ ਦੇ, ਬੜੀ ਪਿਆਸ ਲੱਗੀ ਹੈ। ਗੁਰਦੀਪ ਪਾਣੀ ਲਿਆਉਣ ਲਈ ਅੰਦਰ ਰਸੋਈ ਵਿੱਚ ਚਲੀ ਗਈ। ਭਿਖਾਰੀ ਵੀ ਉਸਦੇ ਪਿੱਛੇ ਅੰਦਰ ਚਲਾ ਗਿਆ। ਗੁਰਦੀਪ ਦਾ ਭਰਵਾਂ ਸਰੀਰ, ਗੋਰਾ ਚੰਮ, ਕਾਲੇ ਸ਼ਾਹ ਵਾਲ, ਮਿੱਠੀ ਜਿਹੀ ਆਵਾਜ਼, ਕਾਲੀਆਂ ਅੱਖਾਂ ਦੇਖ ਕੇ ਭਿਖਾਰੀ ਦੀ ਲਾਰ ਟਪਕਣ ਲੱਗ ਪਈ। ਗੁਰਦੀਪ ਗਿਲਾਸ ਵਿੱਚ ਪਾਣੀ ਪਾ ਰਹੀ ਸੀ ਕਿ ਭਿਖਾਰੀ ਨੇ ਉਸਨੂੰ ਪਿੱਛੋਂ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਭਿਖਾਰੀ ਦਾ ਹੱਥ ਗੁਰਦੀਪ ਦੇ ਪੇਟ ਤੇ ਲੱਗਣ ਹੀ ਲੱਗਾ ਸੀ ਕਿ ਉਸਨੂੰ ਇੱਕ ਜ਼ੋਰਦਾਰ ਝਟਕਾ ਲੱਗਾ। ਭਿਖਾਰੀ ਬਹੁਤ ਦੂਰ ਜਾ ਕੇ ਡਿੱਗਿਆ। ਭਿਖਾਰੀ ਤੇ ਗੁਰਦੀਪ ਨੂੰ ਸਮਝ ਨਾ ਆਇਆ ਕਿ ਇਹ ਕੀ ਹੋਇਆ। ਗੁਰਦੀਪ ਨੇ ਪੁੱਛਿਆ, ਕੀ ਹੋਇਆ ਭਾਈ? ਭਿਖਾਰੀ ਨੇ ਮਨ ਵਿੱਚ ਸੋਚਿਆ ਕਿ ਇਹਨੂੰ ਕੁਝ ਵੀ ਪਤਾ ਨਹੀਂ ਲੱਗਾ। ਉਹ ਪਹਿਲੇ ਝਟਕੇ ਤੋਂ ਬਾਅਦ ਜੇ ਚਲਾ ਜਾਂਦਾ ਤਾਂ ਬਚ ਜਾਂਦਾ, ਪਰ ਉਸਨੂੰ ਹਵਸ ਨੇ ਅੰਨਾ ਕਰ ਦਿੱਤਾ ਸੀ। ਉਸਨੇ ਉਹੀ ਗਲਤੀ ਦੁਬਾਰਾ ਦੁਹਰਾਈ। ਇਸ ਵਾਰ ਗੁਰਦੀਪ ਦਾ ਮੂੰਹ ਭਿਖਾਰੀ ਵੱਲ ਹੀ ਸੀ। ਉਸਦੇ ਹੱਥ ਵਿੱਚ ਪਾਣੀ ਦਾ ਗਿਲਾਸ ਸੀ। ਭਿਖਾਰੀ ਹਵਸੀ ਨਜ਼ਰਾਂ ਦੇ ਨਾਲ ਗੁਰਦੀਪ ਵੱਲ ਦੇਖਣ ਲੱਗ ਪਿਆ। ਗੁਰਦੀਪ ਉਸਦੇ ਇਰਾਦਿਆਂ ਨੂੰ ਸਮਝ ਗਈ। ਉਸਨੇ ਭਿਖਾਰੀ ਦੇ ਮੂੰਹ ਤੇ ਪਾਣੀ ਦਾ ਭਰਿਆ ਗਲਾਸ ਮਾਰਿਆ।
ਭਿਖਾਰੀ ਗੁਰਦੀਪ ਤੇ ਝਪਟਣ ਹੀ ਲੱਗਾ ਸੀ ਕਿ ਇੱਕ ਅਦ੍ਰਿਸ਼ ਤਾਕਤ ਨੇ ਭਿਖਾਰੀ ਨੂੰ ਧੱਕਾ ਦੇ ਕੇ ਦੂਰ ਸੁੱਟ ਦਿੱਤਾ। ਇਸ ਵਾਰ ਭਿਖਾਰੀ ਡਰ ਗਿਆ। ਉਹ ਸਮਝ ਗਿਆ ਕਿ ਇਸ ਘਰ ਵਿੱਚ ਕਿਸੇ ਚੀਜ਼ ਦਾ ਵਾਸ ਹੈ। ਉਹ ਉੱਥੋਂ ਉੱਠ ਕੇ ਭੱਜ ਨਿਕਲਿਆ। ਆਪਣੀ ਝੋਲੀ, ਡੰਡਾ ਤੇ ਹੋਰ ਸਮਾਨ ਉੱਥੇ ਹੀ ਛੱਡ ਗਿਆ। ਗੁਰਦੀਪ ਨੇ ਚੈਨ ਦਾ ਸਾਹ ਲਿਆ। ਭਿਖਾਰੀ ਭੱਜਦਾ ਭੱਜਦਾ ਪਿੰਡ ਤੋਂ ਬਾਹਰ ਇੱਕ ਬੋਹੜ ਦੇ ਦਰਖਤ ਥੱਲੇ ਪਹੁੰਚ ਗਿਆ। ਦੁਪਹਿਰ ਦਾ ਵੇਲਾ ਸੀ। ਚਾਰੇ ਪਾਸੇ ਸੁੰਨ ਪਸਰੀ ਹੋਈ ਸੀ। ਉਸਨੇ ਸੋਚਿਆ ਬੋਹੜ ਦੀ ਛਾਂ ਹੇਠ ਬਹਿ ਕੇ ਦਮ ਲਿਆ ਜਾਵੇ। ਉਹ ਬੈਠਿਆ ਹੀ ਸੀ ਕਿ ਬੋਹੜ ਤੋਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਉਸ ਦਾ ਡਰ ਹੋਰ ਵੱਧ ਗਿਆ। ਉਹ ਉੱਠਣ ਲੱਗਿਆ, ਪਰ ਉਸ ਤੋਂ ਉੱਠਿਆ ਨਾ ਗਿਆ, ਜਿਵੇਂ ਕਿਸੇ ਚੀਜ਼ ਨੇ ਉਸ ਨੂੰ ਜਕੜ ਲਿਆ ਹੋਵੇ। ਜਦੋਂ ਉਸ ਦੀ ਪੇਸ਼ ਨਾ ਚੱਲੀ ਤਾਂ ਉਹ ਰੋਣ ਲੱਗ ਪਿਆ। ਤਦ ਉਸ ਦੀਆਂ ਅੱਖਾਂ ਸਾਹਮਣੇ ਇੱਕ ਖੂਨ ਨਾਲ ਲੱਥ-ਪੱਥ ਥਾਂ-ਥਾਂ ਤੋਂ ਮਾਸ ਛਿੱਲਿਆ ਹੋਇਆ, ਇੱਕ ਅੱਖ ਵਿੱਚ ਪੱਥਰ ਧਸਿਆ ਹੋਇਆ, ਇੱਕ ਅੱਖ ਪੂਰਨਮਾਸ਼ੀ ਦੇ ਚੰਨ ਵਾਂਗ ਪੂਰੀ ਖੁੱਲੀ ਹੋਈ ਤੇ ਇੱਕ ਟੁੱਟੀ ਹੋਈ ਬਾਂਹ ਵਾਲਾ ਇਨਸਾਨ ਆਇਆ। ਭਿਖਾਰੀ ਡਰ ਨਾਲ ਕੰਬਣ ਲੱਗ ਪਿਆ। ਉਸਦੀ ਰੋਣ ਦੀ ਆਵਾਜ਼ ਹੋਰ ਤੇਜ਼ ਹੋ ਗਈ, ਪਰ ਦੂਰ ਦੂਰ ਤੱਕ ਉਸਨੂੰ ਸੁਣਨ ਵਾਲਾ ਕੋਈ ਨਹੀਂ ਸੀ, ਸਿਵਾਏ ਉਸ ਜ਼ਖਮੀ ਇਨਸਾਨ ਦੇ। ਭਿਖਾਰੀ ਨੇ ਕੰਬਦੇ ਹੋਏ ਲਫ਼ਜ਼ਾਂ ਵਿੱਚ ਪੁੱਛਿਆ, ਕੌਣ ਹੋ ਤੁਸੀਂ? ਮੇਰੇ ਤੋਂ ਕੀ ਚਾਹੁੰਦੇ ਹੋ? ਉਸ ਇਨਸਾਨ ਨੇ ਡਰਾਵਣੀ ਆਵਾਜ਼ ਵਿੱਚ ਕਿਹਾ, ਗੁਰਦੀਪ ਨੇ ਤੈਨੂੰ ਪੂਰੀ ਗੱਲ ਨਹੀਂ ਦੱਸੀ। ਮੈਂ ਉਸਦਾ ਪਤੀ ਬਲਬੀਰ ਸਿੰਘ ਹਾਂ। ਮੇਰੀ ਇਹ ਹਾਲਤ ਬਾਥਰੂਮ ਦੀ ਛੱਤ ਥੱਲੇ ਆਉਣ ਕਰਕੇ ਹੋਈ। 5 ਸਾਲ ਪਹਿਲਾਂ ਮੈਂ ਲੋਕਾਂ ਲਈ ਮਰ ਚੁੱਕਿਆ, ਪਰ ਗੁਰਦੀਪ ਦੇ ਮੈਂ ਸਦਾ ਕੋਲ ਰਹਿਣਾ। ਤੇਰੇ ਵਰਗੇ ਲੱਲੂ ਪੰਜੂ ਮੇਰੀ ਗੁਰਦੀਪ ਨੂੰ ਹੱਥ ਲਾਉਣ, ਇਹ ਮੈਂ ਕਿਵੇਂ ਹੋਣ ਦੇ ਸਕਦਾ? ਅੱਜ ਤੱਕ ਜਿਨ੍ਹਾਂ ਨੇ ਵੀ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਉਹ ਜਾਂ ਤਾਂ ਮੈਂ ਅੰਨਾ ਕਰ ਛੱਡਿਆ ਜਾਂ ਹੱਥਾਂ ਪੈਰਾਂ ਤੋਂ ਨਕਾਰਾ ਕਰ ਦਿੱਤਾ। ਭਿਖਾਰੀ ਬੋਲਿਆ, ਮੇਰਾ ਵੀ ਕੋਈ ਅੰਗ ਨਕਾਰਾ ਕਰ ਦੋ, ਪਰ ਮੈਨੂੰ ਬਖਸ਼ ਦੋ। ਬਲਬੀਰ ਸਿੰਘ ਨੇ ਆਖਿਆ, ਤੈਨੂੰ ਤਾਂ ਮੌਤ ਹੀ ਮਿਲੂ। ਸਭ ਤੋਂ ਘਟੀਆ ਹਰਕਤ ਤਾਂ ਤੇਰੀ ਹੀ ਸੀ। ਗੁਰਦੀਪ ਤਾਂ ਤੇਰੇ ਲਈ ਪਾਣੀ ਲਿਆਉਣ ਲਈ ਗਈ ਸੀ, ਤੈਨੂੰ ਪੈਸੇ ਦਿੱਤੇ, ਆਟਾ ਦਿੱਤਾ, ਪਰ ਤੂੰ ਉਸਦੀ ਨੇਕੀ ਨੂੰ ਭੁੱਲ ਕੇ ਹਫਸੀ ਬਣ ਗਿਆ। ਤੈਨੂੰ ਤੇਰੇ ਕੀਤੇ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ, ਨਹੀਂ ਤਾਂ ਤੂੰ ਹੋਰਾਂ ਵੱਲ ਵੀ ਐਸੀ ਨਿਗਾਹ ਦੇ ਨਾਲ ਦੇਖੇਗਾ। ਭਿਖਾਰੀ ਬੋਲਣ ਹੀ ਲੱਗਾ ਸੀ ਕਿ ਬਲਬੀਰ ਸਿੰਘ ਦੇ ਪ੍ਰੇਤ ਨੇ ਭਿਖਾਰੀ ਦੇ ਪੇਟ ਵਿੱਚ ਆਪਣੀਆਂ ਉਂਗਲਾਂ ਖੁਬੋ ਦਿੱਤੀਆਂ। ਉਸਦੇ ਪੇਟ ਵਿੱਚੋਂ ਖੂਨ ਦੀਆਂ ਪਿਚਕਾਰੀਆਂ ਨਿਕਲ ਗਈਆਂ। ਭਿਖਾਰੀ ਦਰਦ ਨਾਲ ਚਿੱਲਾਉਣ ਲੱਗ ਪਿਆ। ਬਲਬੀਰ ਸਿੰਘ ਨੇ ਉਸਦੀ ਗਰਦਨ ਨੂੰ ਫੜ ਕੇ ਨੋਚ ਦਿੱਤਾ, ਫਿਰ ਨਹੁੰਆਂ ਨਾਲ ਉਸ ਦੀਆਂ ਅੱਖਾਂ ਚੋਂ ਡੇਲੇ ਕੱਢ ਦਿੱਤੇ। ਭਿਖਾਰੀ ਹੋਰ ਦਰਦ ਸਹਿ ਨਾ ਪਾਇਆ ਤੇ ਦਮ ਤੋੜ ਗਿਆ। ਸ਼ਾਮ ਹੋਈ ਤੇ ਆਵਾਜਾਈ ਵੀ ਸ਼ੁਰੂ ਹੋ ਗਈ, ਪਰ ਭਿਖਾਰੀ ਦਾ ਨਾ ਤਾਂ ਉਸ ਬੋਰਡ ਥੱਲੇ ਕਿਸੇ ਨੂੰ ਸਰੀਰ ਦਿਖਿਆ ਤੇ ਨਾ ਹੀ ਉਸਦਾ ਕੋਈ ਨਾਮੋ ਨਿਸ਼ਾਨ। ਗੁਰਮੇਚਰ ਸਿੰਘ ਵੱਲੋਂ ਇਹ ਕਹਾਣੀ ਲਿਖਣ ਦਾ ਮਕਸਦ ਇਹ ਹੈ ਕਿ ਔਰਤਾਂ ਚਾਹੇ ਕਿਸੇ ਵੀ ਹਾਲਤ ਵਿੱਚ ਹੋਣ, ਪਰ ਕਿਸੇ ਅਣਜਾਣ, ਗੈਰ ਭਰੋਸੇਮੰਦ ਜਾਂ ਐਰੇ ਗੈਰੇ ਨੂੰ ਆਪਣਾ ਭੇਤ ਕਦੇ ਵੀ ਨਾ ਦੇਣ। ਦੁਨੀਆ ਬਹੁਤ ਹਲਕੀ ਹੋਈ ਹੈ, ਕਿਸੇ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।